ਪਿਛਲੇ ਹਫ਼ਤਿਆਂ ਤੋਂ ਨਾ ਜੀ ਕਈ ਖਬਰਾਂ ਆ ਰਹੀਆਂ ਨੇ ਕਿ ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਇੰਟਰਨੈਸ਼ਨਲੀ ਕੁਆਲੀਫਾਈਡ ਨਰਸਿਸ ਵਾਸਤੇ ਹਾਂਜੀ ਲਾਇਸੈਂਸਡ ਹੋਣਾ ਤੇ ਆਪਣੇ ਇਸ ਫੀਲਡ ਦੇ ਵਿੱਚ ਕੰਮ ਕਰ ਸਕਣਾ ਬੜਾ ਈਜ਼ੀ ਹੋ ਗਿਆ, ਸੁਖਾਲਾ ਹੋ ਗਿਆ। BC ਦੇ ਵਿੱਚ ਵੀ ਕੁਝ ਮਹੀਨੇ ਪਹਿਲਾਂ ਇੱਦਾਂ ਦੀਆਂ ਅਨਾਊਂਸਮੈਂਟਸ ਕੀਤੀਆਂ ਗਈਆਂ ਸੀ। ਮੈਨੂੰ ਯਾਦ ਆ ਆਪਾਂ ਉਦੋਂ ਗੱਲ ਕੀਤੀ ਸੀ, ਤੁਸੀਂ ਉਹਦੇ ਵੇਰਵੇ ਸਾਂਝੇ ਕਰਕੇ ਗਏ ਸੀ ਅਤੇ ਉਦੋਂ ਲੱਗਦਾ ਸੀ ਵੀ ਬੜੀ ਉਹ ਗਰਾਊਂਡ ਬ੍ਰੇਕਿੰਗ ਅਨਾਊਂਸਮੈਂਟਸ ਨੇ, ਕਿਉਂਕਿ ਫੰਡਿੰਗ ਵੀ ਅਨਾਊਂਸ ਕੀਤੀ ਗਈ ਸੀ, ਕਾਫੀ ਕੁਛ ਸੀ। ਹੁਣ ਜਦੋਂ ਬਾਕੀ ਦੇ ਪ੍ਰੋਵਿੰਸਿਸ ਵੱਲੋਂ ਧੜਾ ਅਨਾਊਂਸਮੈਂਟਸ ਕੀਤੀਆਂ ਗਈਆਂ, ਇੱਕ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਐਕਸਪਲੇਨ ਕਰਨ ਲਈ ਸਾਡੇ ਸੱਦੇ 'ਤੇ ਪਹੁੰਚੇ ਹੋ। ਪਰ ਜੇ ਇਹ ਪਹਿਲਾਂ ਗੱਲ ਸ਼ੁਰੂ ਇੱਥੋਂ ਕਰੀਏ ਵੀ 3 ਮਹੀਨੇ ਪਹਿਲਾਂ BC ਨੇ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ, ਉਹ ਕਿੰਨਾ ਕੁ ਇਫੈਕਟਿਵ ਸਿੱਧ ਹੋ ਸਕਿਆ ਅਜੇ ਤੱਕ? ਦੂਜੇ ਸੂਬਿਆਂ ਦੀ ਗੱਲ ਫਿਰ ਬਾਅਦ 'ਚ ਕਰਦੇ ਹਾਂ। ਹਾਂਜੀ, ਸੋ ਜਿਹੜਾ BC ਨੇ ਪ੍ਰੋਗਰਾਮ ਉਹ ਲਿਖਿਆ ਸੀਗਾ ਜੀ, ਉਹ ਸਟਾਰਟ ਕੀਤਾ ਸੀ ਇਹਨਾਂ ਨੇ 1 ਫਰਵਰੀ 2023, ਲਗਭਗ 2.5 ਮਹੀਨੇ ਪੁਰਾਣਾ ਹੋ ਗਿਆ ਜੀ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜੀ ਇਹ ਸਟੈਪਸ ਹੈਗੇ ਆ ਫॉर ਇੰਟਰਨੈਸ਼ਨਲੀ ਐਜੂਕੇਟਡ ਨਰਸ, ਕਿਸੇ ਹੋਰ ਕੰਟਰੀ ਤੁਸੀਂ ਨਰਸਿੰਗ ਕੀਤੀ ਆ ਅਤੇ ਤੁਸੀਂ BC 'ਚ ਆ ਕੇ ਇੱਥੇ ਸੇਵਾਵਾਂ ਨਿਭਾਓ ਆ ਰਹਿੰਦੀਆਂ, ਉਹਦੇ ਲਈ ਬੇਸਿਕਲੀ 5 ਸਟੈਪ ਹੁੰਦੇ ਸੀਗੇ ਜੀ। ਆਪਣੇ ਡਾਕੂਮੈਂਟ ਇੰਡੀਆ ਤੋਂ ਮੰਗਵਾਓ, ਇੰਗਲਿਸ਼ ਦਾ ਟੈਸਟ ਪਾਸ ਕਰੋ, ਸਾਨੂੰ ਦਿਖਾਓ ਕਿ ਤੁਸੀਂ ਇੰਗਲਿਸ਼ ਬੋਲ ਸਕਦੇ ਹੋ, ਸਾਡਾ ਅਸੈਸਮੈਂਟ ਟੈਸਟ ਕਰੋ, ਸਾਨੂੰ ਆਪਣੇ ਸਕਿੱਲਸ ਦਿਖਾਓ, ਆਪਣੀ ਪੜ੍ਹਾਈ ਲਈ ਥੋੜ੍ਹਾ ਜਿਹਾ ਅਪਗ੍ਰੇਡ ਕਰੋ ਅਤੇ ਲਾਇਸੈਂਸਰ ਐਗਜ਼ਾਮ NCLEX ਲਿਖੋ। 5 ਸਟੈਪ ਸੀ ਜੀ। ਉਹਦੇ 'ਤੇ ਕਾਫੀ ਖਰਚਾ ਹੋ ਜਾਂਦਾ ਸੀ, ਲਗਭਗ $16,000 ਇੱਕ ਨਵੇਂ ਕੈਨੇਡਾ 'ਚ ਆਏ ਇਮੀਗ੍ਰੈਂਟ ਲਈ ਖਰਚਣਾ ਬਹੁਤ ਔਖਾ ਸੀ। ਇਹਨਾਂ ਦਾ ਇੱਕ ਸ਼ਲਾਘਾਯੋਗ ਕਦਮ ਸੀ ਕਿ ਅਸੀਂ ਲਗਭਗ ਉਹ 'ਚੋਂ ਮੈਜੋਰਿਟੀ ਖਰਚੇ ਗਵਰਨਮੈਂਟ ਆਫ BC ਚੱਕੂਗੀ ਅਤੇ ਇਹਨਾਂ ਨੇ ਅਨਾਊਂਸ ਕੀਤਾ ਸੀ 10 ਮਹੀਨੇ ਪਹਿਲਾਂ ਕਿ ਅਸੀਂ $12 ਮਿਲੀਅਨ ਇਸ ਚੀਜ਼ 'ਤੇ ਖਰਚ ਕਰਨ ਨੂੰ ਗਵਰਨਮੈਂਟ ਆਫ BC ਤਿਆਰ ਆ। ਜਿਹੜੀ ਬਰਸਰੀਜ਼ ਅਨਾਊਂਸ ਹੋਈਆਂ ਸੀ, ਬਰਸਰੀਜ਼ ਅਲਾਉ ਹੋਈਆਂ ਸੀ। 9 ਮਿਲੀਅਨ ਅਸੀਂ ਬੱਚਿਆਂ 'ਤੇ ਲਾਵਾਂਗੇ, 3 ਮਿਲੀਅਨ ਅਸੀਂ ਇਨਫਰਾਸਟਰਕਚਰ ਖੜਾ ਕਰਾਂਗੇ, ਸਾਰਾ ਕੁਛ ਲਿਖਾਂਗੇ। ਸੋ ਉਹਦੇ ਵਿੱਚ ਜਿਹੜਾ ਹੈਗਾ ਆ ਚੰਗੀ ਗੱਲ ਇਹ ਹੈਗੀ ਵੀ ਠੀਕ ਆ, ਪੈਸੇ 'ਤੇ ਰਾਹਤ ਮਿਲੀ, ਬੱਚਿਆਂ ਨੂੰ ਖਰਚਣਾ ਨਹੀਂ ਪਿਆ, ਆਪਣੇ ਖੁਦ ਨਹੀਂ ਖਰਚਣਾ ਪਿਆ, ਗਵਰਨਮੈਂਟ ਨੇ ਖਰਚ ਦਿੱਤਾ, ਉਹ ਚੰਗੀ ਗੱਲ ਆ। ਬਟ ਪ੍ਰੋਸੈਸ ਜਿਹੜੀ ਇਹਨਾਂ ਨੇ ਕਾਫੀ ਕੰਪਲੀਕੇਟ ਕਰ ਦਿੱਤੀ ਆ। 3 ਆਰਗੇਨਾਈਜੇਸ਼ਨਸ ਆ ਗਈਆਂ ਆ, ਬਹੁਤ ਜ਼ਿਆਦਾ ਡਾਕੂਮੈਂਟੇਸ਼ਨ ਉਹ ਮੰਗਦੇ ਆ। ਉਹ ਅੱਛਾ ਜੀ। ਹਾਂਜੀ, ਸੋ ਉਹੀ ਗੱਲ ਜਿਹੜੀ ਪਹਿਲਾਂ ਅਸੀਂ ਪ੍ਰੋਸੈਸ ਨੂੰ ਛੋਟੇ ਕਰਨਾ ਸੀਗਾ, ਲਗਭਗ 1.5-2 ਸਾਲ ਦੀ ਪ੍ਰੋਸੈਸ ਸੀਗੀ, ਉਹਨੂੰ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 6 ਤੋਂ 9 ਮਹੀਨੇ ਦੇ ਵਿੱਚ ਅਸੀਂ RN ਬਣਾ ਦਾਂਗੇ। ਉਹ ਹੋ ਨਹੀਂ ਪਾ ਰਿਹਾ। ਨੋ ਡਾਊਟ ਹਜੇ ਸਲੋ ਆ, ਬਟ ਦਿਖਦਾ ਪਿਆ ਵੀ ਜਿੰਨੀ ਜ਼ਿਆਦਾ ਡਾਕੂਮੈਂਟੇਸ਼ਨ ਇਹ ਮੰਗਦੇ ਪਏ ਆ, ਉਹਦੀ ਸ਼ਾਇਦ ਉਨੀ ਜ਼ਰੂਰਤ ਨਹੀਂ ਗੀ। ਉਹ ਤਿੰਨਾਂ ਨੂੰ ਸੈਪਰੇਟ ਬੱਚੇ ਨੂੰ ਡਾਕੂਮੈਂਟ ਦੇਣੇ ਪੈਂਦੇ ਆ। ਪਹਿਲਾਂ ਇੱਕ ਨੂੰ ਦੇ ਕੇ ਗੱਲ ਬਣ ਜਾਂਦੀ ਸੀ, ਹੁਣ 3 ਜਾਣਿਆਂ ਨੂੰ, 3 ਟੀਮਸ ਨੂੰ ਉਹ ਡਾਕੂਮੈਂਟੇਸ਼ਨ ਦੇਣੀ ਪੈਂਦੀ ਆ। ਅੱਛਾ, ਸੋ ਨਵੇਂ ਚੇਂਜਿਸ ਦੇ ਵਿੱਚ ਜਿਹੜੀਆਂ ਨੰਬਰ ਆਫ ਵਿੰਡੋਜ਼ ਜਿੱਥੇ ਤੁਹਾਨੂੰ ਹੁਣ ਉਹੀ ਦਸਤਾਵੇਜ਼ ਜਮ੍ਹਾਂ ਕਰਾਉਣੇ ਨੇ, ਉਹ ਵੱਧ ਗਈਆਂ ਨੇ। ਉਹ 3 ਹੋ ਗਈਆਂ। ਹਾਂਜੀ। ਅੱਛਾ, ਸੋ ਜੇ ਹੁਣ ਬਾਕੀ ਸੂਬਿਆਂ ਦੀ ਗੱਲ ਕਰੀਏ, ਹਾਂਜੀ, ਹੁਣ ਕਈ ਖਬਰਾਂ ਦੇ ਵਿੱਚ ਰੈਗੂਲਰਲੀ ਹੈਡਲਾਈਨਸ ਆਉਂਦੀਆਂ ਰਹਿੰਦੀਆਂ ਨੇ ਵੀ ਜੀ ਅਲਬਰਟਾ ਨੇ ਕਮਾਲ ਕਰਤੀ, ਅਲਬਰਟਾ ਨੇ ਨਵਾਂ ਪ੍ਰੋਗਰਾਮ ਲਿਆਉਂਦਾ, ਓਨਟਾਰੀਓ ਦਾ ਪ੍ਰੋਗਰਾਮ ਆਇਆ, ਨੋਵਾ ਸਕੋਸ਼ੀਆ ਦਾ ਆਇਆ। ਇੱਕ ਇੱਕ ਕਰਕੇ ਗੱਲ ਕਰੀਏ ਹੁਣ ਕੀ। ਅੱਛਾ, ਪਹਿਲਾਂ ਤਾਂ ਇਹ ਗੱਲ ਦੱਸੋ, ਜੇ ਬਾਕੀ ਇਹਨਾਂ ਸਾਰੇ ਸੂਬਿਆਂ ਦੇ ਪ੍ਰੋਗਰਾਮਸ ਨੂੰ ਕੰਪੇਅਰ ਕਰੀਏ BC ਵੱਲੋਂ ਐਲਾਨੇ ਪ੍ਰੋਗਰਾਮਸ ਨਾਲ, ਤਾਂ ਕੀ ਹੁਣ BC ਵੱਲੋਂ ਕੁਝ ਮਹੀਨਿਆਂ ਹੀ ਪਹਿਲਾਂ ਐਲਾਨਿਆ ਹੋਇਆ ਪ੍ਰੋਗਰਾਮ ਪਛੜ ਗਿਆ, ਦੂਜੇ ਸੂਬੇ ਅੱਗੇ ਨਿਕਲ ਗਏ ਨੇ? ਜੇ ਆਪਾਂ ਹੁਣ ਅਲਬਰਟਾ ਦੀ ਗੱਲ ਕਰੀਏ ਜੀ, ਅਲਬਰਟਾ ਬਹੁਤ ਕੰਪਲੀਕੇਟਡ ਪ੍ਰੋਸੈਸ ਸੀਗੇ। ਜਿਹੜੇ ਅਲਬਰਟਾ ਵਾਲੇ ਨਰਸਿਸ ਸੀਗੇ, ਉਹ ਇੱਕ ਕਹਾਵਤ ਸੀਗੀ ਵੀ ਨਰਸ ਨਹੀਂ ਅਸੀਂ ਬਣ ਸਕਦੇ, ਕੁਛ ਹੋਰ ਕੰਮ ਕਰਨਾ ਸ਼ੁਰੂ ਕਰ ਦਿਓ। 3 ਸਾਲ 4 ਸਾਲ ਤੱਕ ਵੀ ਅਲਬਰਟਾ 'ਚ ਲੱਗ ਜਾਂਦੇ ਸੀ ਇੰਟਰਨੈਸ਼ਨਲੀ ਕੁਆਲੀਫਾਈਡ ਨਰਸਿਸ ਨੂੰ ਵਾਪਸ ਆਪਣੇ ਫੀਲਡ ਦੇ ਵਿੱਚ ਜਾਣ ਵਾਸਤੇ। ਤੇ ਅਲਬਰਟਾ ਨੇ ਕੀ ਕੀਤਾ, ਉਹ ਕਹਿੰਦੇ ਸਿਰਫ ਇੱਕ ਐਗਜ਼ਾਮ ਪਾਸ ਕਰੋ, ਲਾਇਸੈਂਸਰ ਐਗਜ਼ਾਮ, ਅਸੀਂ ਤੁਹਾਡੀ ਇੰਡੀਆ ਦੀ ਨਰਸਿੰਗ ਨੂੰ ਅਸੀਂ ਮੰਨ ਲਿਆ। ਅੱਛਾ ਜੀ। ਉਹਨਾਂ ਨੇ 7 ਕੰਟਰੀਜ਼ ਅਨਾਊਂਸ ਕੀਤੀਆਂ ਜੀ, ਜਿਹਦੇ 'ਚ ਇੰਡੀਆ US ਵੀ ਹੈਗੇ ਆ। ਉਹ ਕਹਿੰਦੇ ਜੇ ਤੁਸੀਂ ਇੰਡੀਆ 'ਚ ਪੜ੍ਹਾਈਆਂ, ਸਾਨੂੰ ਦਿਖਾਓ, ਇੱਕ ਡਾਕੂਮੈਂਟ ਦਿਖਾਓ ਸਾਨੂੰ, ਅਸੀਂ ਵੇਖ ਲਿਆ ਵੀ ਤੁਸੀਂ ਉੱਥੇ ਲਾਇਸੈਂਸ ਤੁਹਾਡਾ ਐਕਟਿਵ ਆ, ਅਸੀਂ ਤੁਹਾਨੂੰ ਇੱਕ ਐਗਜ਼ਾਮ ਪਾਸ ਕਰਾ ਕੇ ਅਸੀਂ ਪਰਮਿਸ਼ਨ ਦੇਵਾਂਗੇ, ਪਾਸ ਕਰੋ। 3-4 ਮਹੀਨੇ ਦੇ ਵਿੱਚ RN ਬਣ ਸਕਦੇ ਹਾਂ ਅਸੀਂ। 3-4 ਮਹੀਨੇ? ਹਾਂਜੀ। ਸੋ 3-4 ਸਾਲ ਜਿੱਥੇ ਲੱਗਦੇ ਸੀ, ਹਾਂਜੀ, ਜੇ ਕੋਈ ਟੈਸਟ ਕਲੀਅਰ ਕਰ ਲੈਂਦਾ, ਉਹ 3-4 ਸਾਲ ਦਾ ਟਾਈਮ ਕੱਟ ਡਾਊਨ ਹੋ ਕੇ ਅਲਬਰਟਾ ਦੇ ਵਿੱਚ 3-4 ਮਹੀਨੇ ਦਾ ਰਹਿ ਗਿਆ। ਬਿਲਕੁਲ ਜੀ। ਜੇ ਕਿਸੇ ਨੇ ਆਪਣੇ ਹੋਮ ਕੰਟਰੀ ਤੋਂ ਨਰਸਿੰਗ ਕੀਤੀ ਆ, ਭਾਵ ਇੰਡੀਆ ਤੋਂ ਅਸੀਂ ਨਰਸਿੰਗ ਕੀਤੀ ਆ, ਅਲਬਰਟਾ 'ਚ ਇੱਕ ਪੇਪਰ ਪਾਸ ਕਰਕੇ 3 ਮਹੀਨੇ ਦੇ ਅੰਦਰ, 3 ਮਹੀਨੇ ਵੀ ਮੈਂ ਤਾਂ ਕਹਿ ਰਿਹਾ ਕਿ ਬੱਚੇ ਨੂੰ ਚਲੋ ਪੜ੍ਹਨ ਨੂੰ ਕੁਛ ਟਾਈਮ ਚਾਹੀਦਾ ਉਹ ਪੇਪਰ ਪਾਸ ਕਰਨ ਵਾਸਤੇ, 3 ਮਹੀਨੇ ਦੇ ਅੰਦਰ RN ਬਣਿਆ ਜਾ ਰਿਹਾ ਆ। ਅਲਬਰਟਾ ਨੇ ਇੱਕ ਸਿੰਗਲ ਪੈਨੀ ਨਹੀਂ ਖਰਚੀ। ਅਸੀਂ ਟੈਕਸ ਪੇਅਰ ਦੇ ਵਿੱਚ ਪੈਸਿਆਂ ਦੇ ਵਿੱਚੋਂ 12 ਮਿਲੀਅਨ ਖਰਚ ਕੇ ਅਸੀਂ ਨਹੀਂ ਪ੍ਰੋਡਿਊਸ ਕਰਦੇ ਪਾ ਰਹੇ BC ਵਾਲੇ। ਉੱਧਰ ਅਸੀਂ ਬਿਨਾਂ ਕੋਈ ਖਰਚਾ ਕੀਤੇ, ਗਵਰਨਮੈਂਟ ਨੇ ਕੁਛ ਨਹੀਂ ਖਰਚਾ ਕੀਤਾ, ਲਗਭਗ $2-3 ਹਜ਼ਾਰ ਬੱਚੇ ਦੀ ਜੇਬ 'ਚੋਂ ਖਰਚਾ ਹੁੰਦਾ ਆ, ਤੇ ਉਹ RN ਬਣ ਕੇ 6,000 ਮਹੀਨੇ ਦਾ ਕਮਾ ਰਿਹਾ। ਅੱਛਾ ਜੀ। ਸੇਵਾਵਾਂ ਨਿਭਾ ਰਿਹਾ। ਸੋ ਅਲਬਰਟਾ ਨੇ ਆਪਣਾ ਪ੍ਰੋਗਰਾਮ BC ਤੋਂ ਬਾਅਦ 'ਚ ਅਨਾਊਂਸ ਕੀਤਾ ਜੀ? ਹਾਂਜੀ, ਅਲਬਰਟਾ ਨੇ ਸਟਾਰਟ ਕੀਤਾ ਜੀ April 'ਚ, BC ਨੇ ਕੀਤਾ Feb ਦੇ ਵਿੱਚ। ਓਕੇ। ਅੱਛਾ, ਓਨਟਾਰੀਓ ਵੱਲੋਂ ਵੀ ਹੈਡਲਾਈਨ ਆਈ ਸੀ, ਕਹਿੰਦੇ ਓਨਟਾਰੀਓ ਦੇ ਵਿੱਚ ਵੀ ਜਦੋਂ ਉਹਨਾਂ ਨੇ ਆਖਿਆ ਇੰਟਰਨੈਸ਼ਨਲੀ ਟ੍ਰੇਨਡ ਨਰਸਿਸ ਨੂੰ ਕਿ ਜੀ ਤੁਸੀਂ ਹੁਣ ਸਾਡੇ ਸੂਬੇ ਦੇ ਵਿੱਚ ਈਜ਼ੀਲੀ ਪ੍ਰੈਕਟਿਸ ਕਰ ਸਕਦੇ ਹੋ, ਉਸ ਪ੍ਰੋਗਰਾਮ ਦੀ ਵੀ ਕਾਫੀ ਸ਼ਲਾਘਾ ਹੋ ਰਹੀ ਹੈ। ਓਨਟਾਰੀਓ ਵਾਲਾ ਪ੍ਰੋਗਰਾਮ ਕੀ ਹੈ ਜੀ?
ਦੇਖੋ ਜੀ, ਜੇ ਆਪਾਂ ਹੁਣ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ, ਅੰਟਾਰੀਓ ਦੀ ਪਾਪੂਲੇਸ਼ਨ ਹੈਗੀ ਆ 15 ਮਿਲੀਅਨ। ਹਾਂਜੀ, 1.5 ਕਰੋੜ। ਹਾਂਜੀ, ਲਗਭਗ BC ਤੋਂ 3 ਗੁਣਾ ਜ਼ਿਆਦਾ ਆ। BC ਇਜ਼ ਕਲੋਜ਼ ਟੂ 5.5 ਮਿਲੀਅਨ, ਰਾਈਟ। ਉਹਨਾਂ ਨੇ 2 ਸਾਲ ਪਹਿਲਾਂ ਕੋਵਿਡ ਦੇ ਦੌਰਾਨ ਹੀ ਇਹ ਗੱਲ ਨੂੰ ਸਮਝ ਲਿਆ ਸੀਗਾ ਵੀ ਸਾਨੂੰ ਜ਼ਿਆਦਾ ਨਰਸਿਸ ਦੀ ਲੋੜ ਆ, ਸਾਡੇ ਹਸਪੀਟਲ 'ਚ ਪੇਸ਼ੈਂਟ ਜ਼ਿਆਦਾ ਆ, ਬਜ਼ੁਰਗ ਜ਼ਿਆਦਾ ਆ, ਕੋਵਿਡ ਦੇ ਕੇਸ ਜ਼ਿਆਦਾ ਆ, ਸਾਨੂੰ ਜ਼ਿਆਦਾ ਨਰਸਿਸ ਦੀ ਲੋੜ ਆ। 2 ਸਾਲ ਪਹਿਲਾਂ ਉਹਨਾਂ ਨੇ ਆਪਣੀ ਪ੍ਰੋਸੈਸ ਘਟਾ ਕੇ 6 ਮਹੀਨੇ ਦੀ ਕਰ ਦਿੱਤੀ ਸੀ। ਉਹ ਕੋਈ ਅਸੈਸਮੈਂਟ ਟੈਸਟ ਨਹੀਂ ਲੈਂਦੇ, ਉਹ ਕੋਈ ਬੱਚਿਆਂ ਨੂੰ ਨਹੀਂ ਕਹਿੰਦੇ ਤੁਸੀਂ ਯੂਨੀਵਰਸਿਟੀ ਜਾ ਕੇ ਪੜ੍ਹੋ। ਟੈਸਟ ਵੀ ਨਹੀਂ ਲੈਂਦੇ, ਅਸੈਸਮੈਂਟ ਟੈਸਟ ਵੀ। ਉਹ ਕਹਿੰਦੇ ਸਾਨੂੰ ਕੰਮ ਕਰਕੇ ਨਾ ਦਿਖਾਓ, ਤੁਸੀਂ ਜੇ ਲਾਇਸੈਂਸਰ ਐਗਜ਼ਾਮ ਪਾਸ ਕਰ ਲਿਆ ਅਸੀਂ ਮੰਨਦੇ ਹਾਂ, ਰਾਈਟ। ਉਹਨਾਂ ਨੇ ਇੰਗਲਿਸ਼ ਦੇ ਵਿੱਚ ਵੀ ਬਹੁਤ ਛੋਟਾਂ ਦਿੱਤੀਆਂ। BC ਨੇ ਸਟੈਪਸ ਨਹੀਂ ਘਟਾਏ, ਵਿਚ ਇਜ਼ ਸਮਵੇਅਰ ਓਕੇ, ਕਿ ਜੇ BC ਨੂੰ ਲੱਗਦਾ ਕਿ ਅਸੀਂ ਪਬਲਿਕ ਸੇਫਟੀ ਨਾਲ ਖਿਲਵਾੜ ਨਹੀਂ ਕਰ ਸਕਦੇ, ਬਟ ਫਿਰ ਵੀ ਜੇ ਆਪਾਂ ਦੂਜੇ ਪ੍ਰੋਵਿੰਸਿਸ ਨਾਲ ਇਹਨਾਂ ਨੂੰ ਕੰਪੇਅਰ ਕਰੀਏ ਅਸੀਂ ਕਾਫੀ ਪਿੱਛੇ ਹਾਂ। ਹੁਣ ਜਿਵੇਂ ਥੋੜ੍ਹੀ ਜਿਹੀ ਐਗਜ਼ਾਮਪਲ ਦਿੰਨਾ ਜੀ, ਆਪਾਂ ਘੁੰਮਣ ਫਿਰਨ ਗਏ ਹਾਂ, ਅਲਬਰਟਾ 'ਚ ਗਏ, ਅੰਟਾਰੀਓ 'ਚ ਗਏ, ਅਸੀਂ ਉੱਥੇ ਬਿਮਾਰ ਹੋ ਗਏ ਤਾਂ ਸਾਨੂੰ ਉਸ ਹਸਪੀਟਲ 'ਚ ਉਹੀ ਨਰਸਿਸ ਸਾਡਾ ਇਲਾਜ ਕਰਦੇ ਪਏ ਨਾ। ਤੇ BC ਦੇ ਵਿੱਚ ਅਸੀਂ ਬਿਮਾਰ ਹੋ ਗਏ, ਹੁਣ ਸਾਡੇ ਕੋਲ ਨਰਸਿਸ ਨਹੀਂ ਗਾ, ਸਾਡੇ ਕੋਲ ਬਰਨ ਆਊਟ ਬਹੁਤ ਆ ਸਟਾਫ। ਇੱਕ ਨਰਸ ਕੋਲੇ BC ਦੇ ਵਿੱਚ 6-8 ਪੇਸ਼ੈਂਟ ਆ, ਜਿਹੜਾ ਕਿ ਟੈਕਨੀਕਲੀ ਬੁੱਕ ਕਹਿੰਦੀ ਆ 1:4 ਹੋਣਾ ਚਾਹੀਦਾ। ਅੱਛਾ, ਹੁਣ ਤੇ ਰੇਸ਼ੋਜ਼ ਇਹਨਾਂ ਨੇ ਮਖਸੂਸ ਵੀ ਕੀਤੀਆਂ ਨੇ, ਸਰਕਾਰ ਨੇ ਕਹਿੰਦੇ ਵੀ ਰੇਸ਼ੋਜ਼ ਇੰਪਲੀਮੈਂਟ ਹੋ ਜਾਣੀਆਂ ਨੇ BC ਦੇ ਹਸਪਤਾਲਾਂ 'ਚ ਵੀ, ਡਿਪੈਂਡਿੰਗ ਔਨ ਕਿਸ ਤਰ੍ਹਾਂ ਦੇ ਮਰੀਜ਼ ਦੀ ਕੇਅਰ ਕਰਨੀ ਹੈ ਨਰਸ ਨੇ, ਤਾਂ ਉਹ ਰੇਸ਼ੋ ਮਖਸੂਸ ਕਰਤੀ ਵੀ ਇੱਕ ਨਰਸ ਦੀ ਦੇਖਭਾਲ ਅਧੀਨ ਇਸ ਤੋਂ ਜ਼ਿਆਦਾ ਮਰੀਜ਼ ਨਹੀਂ ਹੋ ਸਕਦੇ। ਪਰ ਉਹ ਤਾਂ ਅਚੀਵ ਹੋਣਾ ਜੇ ਸਾਡੇ ਕੋਲ ਆਲਰੇਡੀ ਵੈਲ ਸਟਾਫਡ ਨਰਸਿੰਗ ਵਾਲੀ ਵਰਕਫੋਰਸ ਹੈਗੀ ਆ। ਹਾਂਜੀ, ਤੇ ਉਹਨੂੰ ਵੈਲ ਸਟਾਫ ਕਰਨ ਲਈ ਦੂਜੇ ਸੂਬਿਆਂ ਦੇ ਮੁਕਾਬਲੇ ਅਸੀਂ ਪਿੱਛੇ ਪੈਂਦੇ ਜਾ ਰਹੇ ਹਾਂ। ਸੋ ਓਨਟਾਰੀਓ ਦੇ ਵਿੱਚ ਤੁਸੀਂ ਕਿਹਾ ਵੀ ਅਸੈਸਮੈਂਟ ਐਗਜ਼ਾਮ ਨਹੀਂ ਹੁੰਦਾ। ਹਾਂਜੀ, ਤੇ ਉੱਥੇ ਸਮਾਂ ਕਿੰਨਾ ਕੁ ਲੱਗ ਜਾਂਦਾ ਜੀ ਫਿਰ ਇੰਟਰਨੈਸ਼ਨਲੀ ਕੁਆਲੀਫਾਈ? ਅੰਟਾਰੀਓ ਇਜ਼ ਲਾਈਕ ਆਲਮੋਸਟ 5-6-7 ਮੰਥਸ। ਅੱਛਾ ਜੀ। ਉਲਟਾ ਇੱਕ ਹੋਰ ਅਸਰ ਇਹਦਾ ਇਹ ਹੋ ਰਿਹਾ ਜੀ, BC ਵਾਲੇ ਨਰਸਿਸ, ਜੇ ਹੁਣ ਕਿਸੇ ਨੂੰ BC ਦੇ ਵਿੱਚ ਦੱਸਿਆ ਜਾਵੇ ਕਿ ਆਹ ਪ੍ਰੋਸੈਸ ਲਗਭਗ 1.5-2 ਸਾਲ ਲੱਗ ਜਾਣੇ ਆ, ਤੁਹਾਨੂੰ 5 ਸਟੈਪ ਕਰਨੇ ਪੈਣੇ ਆ, ਤੁਹਾਨੂੰ ਇੰਗਲਿਸ਼ ਕਰਨੀ ਪੈਣੀ ਆ, ਅਸੈਸਮੈਂਟ ਐਗਜ਼ਾਮ, ਯੂਨੀਵਰਸਿਟੀ ਜਾਣਾ ਪੈਣਾ ਆ। ਫਿਰ BC ਵਾਲੇ ਬੱਚੇ ਕਹਿੰਦੇ ਮੈਂ ਤਾਂ ਅਲਬਰਟਾ ਜਾਣ ਨੂੰ ਤਿਆਰ ਹਾਂ, ਰਾਈਟ, ਮੈਂ ਅਲਬਰਟਾ ਜਾਊਂਗਾ। ਅਲਬਰਟਾ ਜਾ ਕੇ 6-8 ਮਹੀਨੇ ਉਹ ਕੰਮ ਕਰਦੇ ਆ, ਲਾਇਸੈਂਸ BC 'ਚ ਆ ਜਾਂਦਾ। ਅਸੀਂ 12 ਮਿਲੀਅਨ ਲਾ ਕੇ ਉਹਨਾਂ ਨੂੰ ਸਾਂਭ ਨਹੀਂ ਰਹੇ, ਉਹ ਕਹਿੰਦੇ ਸਾਨੂੰ ਤੁਹਾਡੇ 12 ਮਿਲੀਅਨ ਨਹੀਂ ਚਾਹੀਦੇ, ਸਾਨੂੰ ਲਾਇਸੈਂਸ ਜਲਦੀ ਚਾਹੀਦਾ। ਅਸੀਂ ਸੇਵਾਵਾਂ ਜਲਦੀ ਨਿਭਾਉਣਾ ਚਾਹੁੰਦੇ ਹਾਂ, ਅਸੀਂ ਸੇਵਾ ਜਲਦੀ ਕਰਨਾ ਚਾਹੁੰਦੇ ਹਾਂ, ਅਸੀਂ ਪੈਸੇ ਜਲਦੀ ਕਮਾਉਣਾ ਚਾਹੁੰਦੇ ਹਾਂ। ਉਹ ਰੈਡੀ ਆ, ਅਲਬਰਟਾ ਜਾ ਰਹੇ ਆ, ਅੰਟਾਰੀਓ ਜਾ ਰਹੇ ਆ। ਅਸੀਂ ਨਵੇਂ ਤਾਂ ਕੀ ਪ੍ਰੋਡਿਊਸ ਕਰਨੇ ਆ, ਸਾਡੇ ਤੋਂ ਜਿਹੜੇ ਸਾਂਭੇ ਨਹੀਂ ਜਾ ਰਹੇ, ਜਿਹੜੇ ਸਾਡੇ ਕੋਲ ਆਲਰੇਡੀ ਹੈਗੇ ਆ। ਨੋਵਾ ਸਕੋਸ਼ੀਆ ਦਾ ਪ੍ਰੋਗਰਾਮ ਕਹਿੰਦੇ ਹੋਰ ਵੀ ਚੰਗਾ ਹੈਗਾ, ਇਜ਼ ਦੈਟ ਟਰੂ? ਹਾਂਜੀ, ਸੋ ਨੋਵਾ ਸਕੋਸ਼ੀਆ ਨੇ ਸਟਾਰਟ ਕੀਤਾ ਜੀ ਮਈ ਦੇ ਵਿੱਚ, ਬਹੁਤ ਰੀਸੈਂਟ ਉਹਨਾਂ ਦਾ ਪ੍ਰੋਗਰਾਮ ਆ, ਤੇ ਉਹਨਾਂ ਨੇ ਸਭ ਤੋਂ ਜ਼ਿਆਦਾ ਫੱਟੇ ਚੱਕ ਤੇ ਉਹਨਾਂ ਨੇ ਵੀ 7 ਕੰਟਰੀਜ਼ ਦੀ ਲਿਸਟ ਤਿਆਰ ਕੀਤੀ ਆ। ਉਹ ਇੰਡੀਆ ਵੀ ਉਹਦੇ ਵਿੱਚ ਹੈਗਾ ਆ। ਤੇ ਨੋਵਾ ਸਕੋਸ਼ੀਆ ਦੀ ਪਾਪੂਲੇਸ਼ਨ ਇਜ਼ ਓਨਲੀ 1 ਮਿਲੀਅਨ। ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਾਨੂੰ ਜ਼ਿਆਦਾ ਨਰਸਿਸ ਚਾਹੀਦੀਆਂ ਆ, ਇੰਟਰਨੈਸ਼ਨਲੀ ਐਜੂਕੇਟਡ ਨਰਸਿਸ। ਉਹ ਵਰਕਫੋਰਸ ਨੂੰ ਅਸੀਂ ਯੂਟੀਲਾਈਜ਼ ਕਰੀਏ, ਸਾਡੇ ਕੋਲ ਟੈਲੈਂਟ ਹੈਗਾ ਆ, ਉਹਨੂੰ ਲੈ ਕੇ ਆਈਏ ਫੋਰਸ ਦੇ ਵਿੱਚ। ਸੋ ਉਹਨਾਂ ਨੇ ਵੀ ਸਿਰਫ ਇੱਕ ਐਗਜ਼ਾਮ NCLEX, ਉਹ ਐਗਜ਼ਾਮ ਕਹਿੰਦੇ ਪਾਸ ਕਰੋ, ਆਓ ਸਾਡੇ ਕੋਲ ਇੱਥੇ ਕੰਮ ਕਰੋ ਨੋਵਾ ਸਕੋਸ਼ੀਆ ਦੇ ਵਿੱਚ। ਅੱਛਾ, ਲੈਂਗੁਏਜ ਰਿਕੁਆਇਰਮੈਂਟਸ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਉਹ ਤੇ ਹੋਣਗੀਆਂ ਜੀ, ਕਿ ਉਹ ਵੀ ਹੁਣ ਡਿਫਰੈਂਟ ਲੈਂਗੁਏਜ ਰਿਕੁਆਇਰਮੈਂਟ ਆ ਵੱਖੋ ਵੱਖਰੇ ਸੂਬਿਆਂ 'ਚ? ਅਲਬਰਟਾ ਐਂਡ ਨੋਵਾ ਸਕੋਸ਼ੀਆ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਜੀ ਵੀ ਜੇ ਤੁਸੀਂ ਜਿਹੜਾ ਲਾਇਸੈਂਸਰ ਐਗਜ਼ਾਮ ਆ NCLEX, ਉਹ ਇੰਗਲਿਸ਼ ਦੇ ਵਿੱਚ ਹੀ ਐਗਜ਼ਾਮ ਹੁੰਦਾ ਆ। ਜੇ ਤੁਸੀਂ ਉੱਥੇ ਸਿਨੈਰੀਓਜ਼ ਪੜ੍ਹ ਸਕਦੇ ਹੋ, ਤੁਸੀਂ ਉਹਨੂੰ ਸੋਚ ਸਕਦੇ ਹੋ, ਤੁਸੀਂ ਕ੍ਰਿਟੀਕਲ ਥਿੰਕਿੰਗ ਲਾ ਕੇ ਆਨਸਰ ਠੀਕ ਕਰ ਰਹੇ ਹੋ, ਤੁਸੀਂ ਪੇਸ਼ੈਂਟ ਨੂੰ ਬਚਾ ਰਹੇ ਹੋ, ਦੈਟ ਮੀਨਸ ਤੁਹਾਨੂੰ ਇੰਗਲਿਸ਼ ਆਉਂਦੀ ਆ। ਸੋ ਇੰਗਲਿਸ਼ ਦਾ ਲਹਿਦਾ ਟੈਸਟ ਦੇਣ ਦੀ ਜ਼ਰੂਰਤ ਨਹੀਂ, ਵਿਚ ਮੇਕ ਸੈਂਸ। ਹਾਂਜੀ, ਤੇ ਜੇ ਵੇਖਿਆ ਜਾਵੇ ਜੀ, ਜੇ ਅਸੀਂ ਇੰਡੀਆ 'ਚ ਵੀ ਨਰਸਿੰਗ ਕੀਤੀ ਆ, ਜਿਹੜੇ 4 ਸਾਲ ਅਸੀਂ ਪੜ੍ਹੇ ਆ, ਉਹ ਵੀ ਤਾਂ ਇੰਗਲਿਸ਼ 'ਚ ਹੀ ਪੜ੍ਹੇ ਆ ਨਾ ਅਸੀਂ, ਰਾਈਟ? ਸੋ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਆ ਕਿ ਅਸੀਂ, ਜੇ ਤੁਸੀਂ ਇੰਡੀਆ 'ਚ ਪੜ੍ਹੇ, ਤੁਹਾਨੂੰ ਇੰਗਲਿਸ਼ ਦੀ ਜ਼ਰੂਰਤ ਨਹੀਂ ਗੀ ਜੀ। ਜਿਹੜੀ ਹੁਣ BC ਦੇ ਵਿੱਚ ਰੈਗੂਲੇਟਰੀ ਬਾਡੀ ਹੈ BCCNM, ਤੁਹਾਡੇ ਮੁਤਾਬਕ ਉਹਨਾਂ ਨੂੰ ਕੀ ਕਰਨਾ ਚਾਹੀਦਾ ਪ੍ਰੋਸੈਸ ਨੂੰ ਸਟਰੀਮਲਾਈਨ ਕਰਨ ਦੇ ਵਾਸਤੇ? ਵਿਜੇ ਜੀ, ਮੈਂ ਇੱਥੇ ਬੇਨਤੀ ਕਰਨਾ ਚਾਹੂੰਗਾ ਵੀ ਜੇ BCCNM ਜਾਂ BC ਨਰਸਿੰਗ ਯੂਨੀਅਨ ਜਾਂ ਮਿਨਿਸਟਰੀ ਆਫ ਹੈਲਥ ਦਾ ਕੋਈ ਵੀ ਬੰਦਾ ਸੁਣ ਰਿਹਾ ਆ, ਤਾਂ ਪਲੀਜ਼, ਦਿਸ ਇਜ਼ ਅ ਵਿਸਲ ਬਲੋਅਰ। ਅਸੀਂ ਪੈਸੇ ਲਾ ਕੇ ਵੀ ਪਿੱਛੇ ਰਹਿ ਰਹੇ ਹਾਂ, ਵੀ ਆਰ ਲੂਜ਼ਿੰਗ ਦਾ ਰੇਸ। ਅਸੀਂ ਮਿਲੀਅਨਸ ਡਾਲਰ ਖਰਚ ਕਰਕੇ ਇੱਕ ਸਾਡਾ ਦੌੜਾਕ ਅਸੀਂ ਰੇਸ ਦੇ ਵਿੱਚ ਭਜਾ ਰਹੇ ਹਾਂ। ਅਸੀਂ ਕਿਹਾ ਅਸੀਂ ਇਹਦੇ ਲਈ ਜਿਮ ਸੈਟਅਪ ਕੀਤਾ, ਅਸੀਂ ਉਹਦੀਆਂ ਮਾਲਸ਼ਾਂ ਕਰਦੇ ਪਏ ਹਾਂ, ਉਹਨੂੰ ਮਹਿੰਗੇ ਇਕਵਿਪਮੈਂਟ ਦਿੰਦੇ ਪਏ ਹਾਂ, ਤੇ ਸਾਡਾ ਦੌੜਾਕ ਤਾਂ ਪਿੱਛੇ ਰਹਿ ਗਿਆ। ਦੂਜੇ ਪ੍ਰੋਵਿੰਸਿਸ ਪਿੱਛੋਂ ਉੱਠ ਕੇ ਬਿਨਾਂ ਖਰਚ ਕੀਤੇ ਸਾਡੇ ਤੋਂ ਅੱਗੇ ਨਿਕਲੇ ਜਾ ਰਹੇ ਆ। ਸੋ ਜੇਕਰ ਇਹ US ਮਾਡਲ ਅਡਾਪਟ ਕਰਨ, ਸਾਰਾ US ਇਹ ਕਹਿੰਦਾ ਕਿ ਤੁਸੀਂ NCLEX ਪਾਸ ਕੀਤਾ, ਅਸੀਂ ਤੁਹਾਨੂੰ ਲਾਇਸੈਂਸ ਦੇਣ ਨੂੰ ਤਿਆਰ ਆ। ਕੈਨੇਡਾ ਦੇ ਹੁਣ 3 ਪ੍ਰੋਵਿੰਸ ਮੰਨਣ ਨੂੰ ਤਿਆਰ ਆ, ਓਨਟਾਰੀਓ ਮੰਨ ਗਿਆ, ਅਲਬਰਟਾ ਮੰਨ ਗਿਆ, ਨੋਵਾ ਸਕੋਸ਼ੀਆ ਮੰਨ ਗਿਆ ਕਿ ਤੁਸੀਂ NCLEX ਪਾਸ ਕਰੋ, ਅਸੀਂ ਤੁਹਾਨੂੰ ਲਾਇਸੈਂਸ ਦੇਣ ਨੂੰ ਤਿਆਰ ਆ। BC ਨੂੰ ਵੀ ਚਾਹੀਦਾ ਆ ਕਿ ਮੌਕੇ ਦੀ
ਨਜ਼ਾਕਤ ਨੂੰ ਸਮਝਦੇ ਹੋਏ ਅਸੀਂ ਵੀ ਕੁਝ ਚੇਂਜਸ ਲੈ ਕੇ ਆ ਗਏ। ਸਾਡੇ ਕੋਲ ਵੀ ਤਾਂ ਪੇਸ਼ੈਂਟ ਆ, ਸਾਡੇ ਕੋਲ ਵੀ ਤਾਂ ਪਾਪੂਲੇਸ਼ਨ ਵੱਧ ਰਹੀ ਆ ਨਾ। ਸੋ ਜਿਹੜਾ BC ਦੇ ਵਿੱਚ ਟੈਸਟ ਪਾਸ ਕਰਨਾ ਪੈਂਦਾ ਉਹ ਵੱਖਰਾ ਬ੍ਰਿਟਿਸ਼ ਕੋਲੰਬੀਆ ਦਾ ਲਹਿਦਾ ਟੈਸਟ ਹੈ ਉਹ ਨਰਸਿਸ ਵਾਸਤੇ? ਨਹੀਂ ਜੀ, ਇੱਥੇ ਮੈਂ ਦੱਸਣਾ ਚਾਹੂੰਗਾ ਜਿਹੜਾ NCLEX ਐਗਜ਼ਾਮ ਆ ਇਹ US ਦਾ ਐਗਜ਼ਾਮ ਆ। BC ਨੇ ਜਾਂ ਸਾਰੇ ਕੈਨੇਡਾ ਨੇ 2015 ਦੇ ਵਿੱਚ ਇਹਨੂੰ ਅਡਾਪਟ ਕੀਤਾ। BC ਦਾ ਜਾਂ ਕਿਸੇ ਹੋਰ ਕੈਨੇਡੀਅਨ ਪ੍ਰੋਵਿੰਸਿਸ ਦਾ ਆਪਦਾ ਕੋਈ ਐਗਜ਼ਾਮ ਨਹੀਂਗਾ ਜਿਹੜਾ ਲਾਇਸੈਂਸਰ ਐਗਜ਼ਾਮ ਆ। ਅੱਛਾ ਜੀ, ਨਰਸਿਸ ਵਾਸਤੇ? ਨਰਸਿਸ ਵਾਸਤੇ ਉਹ US ਦਾ ਐਗਜ਼ਾਮ ਆ, ਉਹਨੂੰ ਅਸੀਂ ਅਡਾਪਟ ਕੀਤਾ। ਜੇਕਰ ਕਿਸੇ ਬੱਚੇ ਨੇ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ 4 ਸਾਲ ਦੀ ਨਰਸਿੰਗ ਇੱਥੋਂ ਕੀਤੀ ਆ, ਫੋਰ ਐਗਜ਼ਾਮਪਲ ਕੋਈ ਇੱਥੋਂ ਦਾ ਜੰਮਿਆ ਪਲਿਆ ਉਹਨੇ ਇੱਥੇ ਪੜ੍ਹਿਆ, ਉਹਨੂੰ ਵੀ NCLEX ਪਾਸ ਕਰਨਾ ਪੈਣਾ। ਅੱਛਾ ਜੀ। ਹਾਂਜੀ। ਸੋ ਜੇ ਅਸੀਂ US ਦਾ ਐਗਜ਼ਾਮ ਲੈ ਕੇ ਆ ਸਕਦੇ ਹਾਂ ਸਾਡੇ ਸਿਸਟਮ ਦੇ ਵਿੱਚ, ਤਾਂ ਫਿਰ ਅਸੀਂ ਉਹਨਾਂ ਦੀਆਂ ਦੂਜੀਆਂ ਚੇਂਜਸ ਵੇਖ ਕੇ ਵੀ ਅਸੀਂ ਵੀ ਫਿਰ ਕੁਝ ਚੇਂਜ ਕਰ ਲਈਏ। ਬਿਲਕੁਲ। ਅੱਛਾ, ਇੱਕ ਇਹ ਦੱਸਿਓ ਜਿਹੜਾ ਇਹ ਐਗਜ਼ਾਮ ਹੈ, ਜੇ ਕੋਈ ਇੰਡੀਆ 'ਚ ਬੈਠਾ ਉਹਨਾਂ ਨੂੰ ਪਤਾ ਵੀ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਉਹਨਾਂ ਨੇ ਕੈਨੇਡਾ ਆ ਜਾਣਾ, ਸੂਬਾ ਜਿੱਥੇ ਵੀ ਜਾਣਾ ਹੋਵੇ, ਕੀ NCLEX ਵਾਲਾ ਪੇਪਰ ਇੰਡੀਆ ਬੈਠੇ ਬੈਠੇ ਵੀ ਦੇ ਸਕਦੇ ਨੇ? ਬਿਲਕੁਲ ਜੀ। ਸੋ ਮੈਂ ਇੱਥੇ ਦੱਸਣਾ ਚਾਹੂੰਗਾ ਸਾਡੇ ਸਰੋਤਿਆਂ ਨੂੰ, ਜੇ ਤੁਹਾਡੇ ਕਿਸੇ ਸਕੇ ਸੰਬੰਧੀ ਨੇ ਅਗਲੇ ਕੁਝ ਦਿਨਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਵਿੱਚ ਵੀ ਕੈਨੇਡਾ ਆਉਣਾ ਆ, ਉਹਨਾਂ ਦਾ ਸਪਾਊਸ ਇੱਥੇ ਆ, ਉਹਨਾਂ ਦੀ ਮੈਰਿਜ ਇੱਥੇ ਹੋ ਰਹੀ ਆ ਜਾਂ PR ਬੇਸਿਸ ਤੇ ਆ ਰਹੇ ਆ, ਤੁਸੀਂ ਇੰਡੀਆ 'ਚ ਬੈਠ ਕੇ NCLEX ਪਾਸ ਕਰ ਸਕਦੇ ਹੋ। ਜੇ ਸਾਡੀਆਂ ਸੇਵਾਵਾਂ ਦੀ ਲੋੜ ਅਸੀਂ ਵੀ ਦੇ ਦੇਵਾਂਗੇ, ਨਹੀਂ ਤਾਂ ਐਗਜ਼ਾਮ ਜਲੰਧਰ, ਚੰਡੀਗੜ੍ਹ ਐਂਡ ਅੰਮ੍ਰਿਤਸਰ ਐਂਡ ਦਿੱਲੀ ਇਹਨਾਂ ਸੈਂਟਰਸ ਦੇ ਵਿੱਚ ਹੁੰਦਾ। ਤੁਸੀਂ ਉੱਥੇ ਬੈਠ ਕੇ ਐਗਜ਼ਾਮ ਪਾਸ ਕਰੋ, ਕੈਨੇਡਾ ਦੇ ਵਿੱਚ ਆਓ, ਪਹਿਲਾ ਕੰਮ RN ਦਾ ਸ਼ੁਰੂ ਕਰੋ। ਜੀ ਆਪਣੇ ਜਿਹੜਾ ਹੈਗਾ ਲਾਈਨ ਦੇ ਵਿੱਚ ਜਾਓ, ਇੱਧਰ ਉੱਧਰ ਆਪਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ। ਸੁਖਬਰਾੜ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਕਿਉਂਕਿ ਜਿਹੜੀ ਤੁਸੀਂ ਗੱਲਾਂ 'ਚ ਹਾਈਲਾਈਟ ਕੀਤੀਆਂ, ਅਸੀਂ ਆਉਂਦੇ ਸਮੇਂ ਦੇ ਵਿੱਚ ਮਿਨਿਸਟਰੀ ਆਫ ਹੈਲਥ ਦੇ ਨਾਲ ਇਹ ਇਸ਼ੂ ਜ਼ਰੂਰ ਟੇਕ ਅਪ ਕਰਾਂਗੇ ਵੀ ਸਾਡਾ ਨਰਸਿਸ ਨੂੰ ਰਿਕਰੂਟ ਕਰਨ ਦਾ ਜਿਹੜਾ ਇੱਕ ਬੜਾ ਵਧੀਆ ਪ੍ਰੋਗਰਾਮ ਜੋ ਅਨਾਊਂਸ ਕੀਤਾ ਗਿਆ ਸੀ, ਉਹ ਦੂਜੇ ਸੂਬਿਆਂ ਨੇ ਤਾਂ ਆ ਕੇ ਉਹਨੂੰ ਢਹਿ ਢੇਰੀ ਕਰ ਦਿੱਤਾ, ਲਾਈਕ ਯੂ ਸੈਡ ਕਿ ਸਾਡੇ ਦੌੜਾਕ ਪੈਸੇ ਖਰਚਣ ਦੇ ਬਾਵਜੂਦ ਰੇਸ 'ਚ ਪਿੱਛੇ ਰਹਿ ਰਹੇ ਨੇ। ਬਿਲਕੁਲ ਜੀ। ਸੋ ਇਹਨੂੰ ਫੋਲੋ ਅਪ ਜ਼ਰੂਰ ਕਰਾਂਗੇ ਜੀ। ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ।